ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਮ ਪੋਥੀ ਨੰਬਰ 4 ਪਾਠ ਪਹਿਲਾ। ਸਾਵਣ ਮੱਲ ਨੂੰ ਹਰੀਪੁਰ ਭੇਜਣ ਦੀ ਸਾਖੀ। ਸ੍ਰੀ ਗੁਰੂ ਅਮਰਦਾਸ ਜੀ ਦੇ ਹੁਕਮ ਨਾਲ ਗੋਇੰਦਵਾਲ ਸਾਹਿਬ ਅਟੁੱਟ ਲੰਗਰ ਵਰਤਦਾ। ਚਾਰੇ ਵਰਨਾਂ ਦੇ ਲੋਕ ਇੱਕ ਪੰਗਤ ਵਿੱਚ ਬੈਠ ਕੇ ਭੋਜਨ ਛਕਦੇ ਸਨ। ਕਰਮਕਾਂਡੀ ਲੋਕ ਲੰਗਰ ਵਿੱਚ ਭੋਜਨ ਨਹੀਂ ਸਨ ਛਕਦੇ। ਉਹਨਾਂ ਨੂੰ ਗੁਰੂ ਜੀ ਦੇ ਦਰਸ਼ਨ ਨਹੀਂ ਹੁੰਦੇ ਸਨ। ਲੰਗਰ ਵਿੱਚ ਰਾਤ ਨੂੰ ਜੋ ਭੋਜਨ ਬਚ ਜਾਂਦਾ ਉਹ ਪਸ਼ੂਆਂ ਨੂੰ ਪਾ ਦਿੰਦੇ ਅਤੇ ਬਚਿਆ ਲੰਗਰ ਦਰਿਆ ਵਿੱਚ ਮੱਛੀਆਂ ਦੇ ਖਾਣ ਵਾਸਤੇ ਪਾ ਦਿੰਦੇ। ਗੋਇੰਦਵਾਲ ਸਾਹਿਬ ਵਸੇਵਾ ਕਰਨ ਵਾਸਤੇ ਬਾਹਰੋਂ ਬਹੁਤ ਲੋਕੀ ਆਉਣ ਲੱਗ ਪਏ, ਪਰ ਮਕਾਨ ਬਣਾਉਣ ਵਾਸਤੇ ਉਹਨਾਂ ਨੂੰ ਲੱਕੜ ਨਾ ਮਿਲਣ ਕਰਕੇ ਉਹ ਦੁਖੀ ਸਨ। ਇੱਕ ਦਿਨ ਗੁਰੂ ਜੀ ਦੇ ਸੇਵਾਦਾਰ ਭਾਈ ਬੱਲੂ ਨੇ ਗੁਰੂ ਜੀ ਨੂੰ ਬੇਨਤੀ ਕੀਤੀ, ਪ੍ਰਭੂ ਜੀ, ਇੱਥੇ ਵਸਣ ਵਾਸਤੇ ਦੂਰੋਂ ਦੂਰੋਂ ਬਹੁਤ ਲੋਕੀ ਆ ਰਹੇ ਹਨ, ਪਰ ਉਹਨਾਂ ਨੂੰ ਘਰ ਬਣਾਉਣ ਵਾਸਤੇ ਲੱਕੜ ਨਹੀਂ ਮਿਲ ਰਹੀ, ਇਸ ਕਰਕੇ ਉਹ ਦੁਖੀ ਹਨ। ਮਕਾਨ ਬਣਾਉਣ ਵਾਸਤੇ ਲੱਕੜਾਂ ਦੀ ਲੋੜ ਹੈ। ਉਦੋਂ ਗੁਰੂ ਜੀ ਨੇ ਆਪਣੇ ਭਤੀਜੇ ਸਾਵਣ ਮੱਲ ਨੂੰ ਸੱਦ ਕੇ ਕਿਹਾ, ਤੂੰ ਹਰੀਪੁਰ ਦੇ ਰਾਜੇ ਹਰੀ ਸੈਨ ਕੋਲ ਜਾ, ਜੋ ਹਿਮਾਚਲ ਸੂਬੇ ਦੇ ਕਾਂਗੜਾ ਜ਼ਿਲ੍ਹੇ ਦੀ ਇੱਕ ਰਿਆਸਤ ਹੈ। ਉੱਥੋਂ ਮਕਾਨ ਬਣਾਉਣ ਵਾਸਤੇ ਲੱਕੜਾਂ ਸਤੀਰੀਆਂ ਬੰਨ੍ਹ ਕੇ ਬਿਆਸ ਦਰਿਆ ਰਾਹੀਂ ਇੱਥੇ ਭੇਜਣ ਦਾ ਪ੍ਰਬੰਧ ਕਰ। ਉੱਥੇ ਉਸ ਨੂੰ ਬੰਦੇ ਬਾਹਰ ਕੱਢ ਲੈਣਗੇ। ਸਾਵਣ ਮੱਲ ਨੇ ਹੱਥ ਜੋੜ ਕੇ ਬੇਨਤੀ ਕੀਤੀ, ਪ੍ਰਭੂ ਜੀ, ਮਾਇਆ ਤੋਂ ਬਿਨਾਂ ਲੱਕੜ ਕਿਸ ਤਰ੍ਹਾਂ ਆਵੇਗੀ? ਪਹਾੜੀ ਲੋਕ ਮੇਰਾ ਕਿਹਾ ਕਿਸ ਤਰ੍ਹਾਂ ਮੰਨਣਗੇ? ਉਹ ਆਪ ਜੀ ਦੀ ਮਹਿਮਾ ਨਹੀਂ ਜਾਣਦੇ। ਜੇ ਮੇਰੇ ਵਿੱਚ ਕਰਾਮਾਤ ਹੋਵੇ ਤਾਂ ਮੈਂ ਰਾਜੇ ਨੂੰ ਸਿੱਖ ਬਣਾ ਕੇ ਅਨੁਸਾਰੀ ਕਰ ਲਵਾਂ ਤੇ ਲੱਕੜ ਭੇਜ ਦਿਆਂ। ਜਦੋਂ ਇਸ ਗੱਲ ਦਾ ਪਤਾ ਸਾਵਣ ਮੱਲ ਦੀ ਮਾਤਾ ਨੂੰ ਲੱਗਾ, ਉਹ ਬਹੁਤ ਡਰੀ ਤੇ ਗੁਰੂ ਜੀ ਕੋਲ ਆਈ। ਹੱਥ ਜੋੜ ਕੇ ਬੇਨਤੀ ਕੀਤੀ, ਮੇਰਾ ਇੱਕ ਪੁੱਤਰ ਹੈ। ਉੱਥੇ ਭੂਤ ਪ੍ਰੇਤ ਤੇ ਡੈਣਾ ਬਹੁਤ ਹਨ। ਉਹ ਜੰਤਰ ਮੰਤਰ ਕਰਕੇ ਇਸ ਨੂੰ ਪਰਦੇਸੀ ਜਾਣ ਕੇ ਖਾ ਜਾਣਗੀਆਂ। ਤੁਸੀਂ ਕਿਸੇ ਸਿਆਣੇ ਸਿੱਖ ਨੂੰ ਭੇਜੋ। ਗੁਰੂ ਜੀ ਨੇ ਕਿਹਾ, ਇਸ ਨੂੰ ਭੂਤ ਪ੍ਰੇਤ ਤੇ ਡੈਣਾ ਕੁਝ ਨਹੀਂ ਆਖਣਗੇ, ਸਾਰੇ ਹੀ ਇਸ ਤੋਂ ਡਰਨਗੇ। ਇਹ ਸੁਣ ਕੇ ਉਹ ਚਲੀ ਗਈ। ਗੁਰੂ ਜੀ ਨੇ ਸਾਵਣ ਮੱਲ ਨੂੰ ਕਿਹਾ, ਜਿਸ ਤਰ੍ਹਾਂ ਤੂੰ ਚਾਹੇਗਾ ਉਸੇ ਤਰ੍ਹਾਂ ਹੀ ਹੋ ਜਾਵੇਗਾ। ਇਹ ਆਖ ਕੇ ਗੁਰੂ ਜੀ ਨੇ ਆਪਣੇ ਹੱਥ ਪੂੰਝਣ ਵਾਲਾ ਰੁਮਾਲ ਉਸ ਨੂੰ ਦਿੱਤਾ ਤੇ ਕਿਹਾ, ਇਸ ਵਿੱਚ ਬਹੁਤ ਸ਼ਕਤੀਆਂ ਹਨ। ਜੇ ਕਿਸੇ ਨੂੰ ਮਾਰਨਾ ਚਾਹੇਗਾ ਤਾਂ ਮਰ ਜਾਵੇਗਾ, ਜੇ ਕਿਸ ਨੂੰ ਜਿਉਣਾ ਚਾਹੇਗਾ ਤਾਂ ਜੀ ਪਵੇਗਾ, ਜੋ ਚਾਹੇਗਾ ਉਹ ਕਰ ਲਵੇਗਾ। ਇਹ ਕਰਾਮਾਤ ਦੀ ਥੈਲੀ ਹੈ। ਸਾਰੇ ਦੇਸ਼ ਨੂੰ ਆਪਣਾ ਸਿੱਖ ਬਣਾ ਕੇ ਫਿਰ ਉਹਨਾਂ ਨੂੰ ਆਪਣਾ ਕੰਮ ਦੱਸੀ। ਉਸਨੇ ਗੁਰੂ ਜੀ ਤੋਂ ਰੁਮਾਲ ਲੈ ਕੇ ਆਪਣੇ ਸਿਰ ਤੇ ਰੱਖਿਆ ਤਾਂ ਉਸ ਨੂੰ ਸਾਰੀਆਂ ਰਿੱਧੀਆਂ ਸਿੱਧੀਆਂ ਆਪਣੇ ਅੱਗੇ ਖੜੀਆਂ ਦਿਸੀਆਂ ਤਾਂ ਖੁਸ਼ ਹੋ ਕੇ ਕਹਿਣ ਲੱਗਾ, ਪ੍ਰਭੂ ਜੀ, ਕਰਾਮਾਤ ਤੋਂ ਹੀ ਸਾਰੇ ਕਾਰਜ ਹੋਣਗੇ। ਗੁਰੂ ਜੀ ਨੂੰ ਮੱਥਾ ਟੇਕ ਕੇ ਘਰ ਨੂੰ ਚਲਾ ਗਿਆ ਤੇ ਕਿਹਾ, ਮੈਨੂੰ ਗੁਰੂ ਜੀ ਨੇ ਬਹੁਤ ਵੱਡਾ ਆਸਰਾ ਦਿੱਤਾ ਹੈ, ਤੁਸੀਂ ਫਿਕਰ ਨਾ ਕਰੋ। ਇਸ ਤਰ੍ਹਾਂ ਕਹਿ ਕੇ ਉਹ ਹਰੀਪੁਰ ਨੂੰ ਚਲਾ ਗਿਆ। ਉਦੋਂ ਉੱਥੇ ਪਹੁੰਚਿਆ ਤਾਂ ਉਸਨੇ ਬਹੁਤ ਸਾਰੇ ਮਨੁੱਖਾਂ ਨੂੰ ਰੋਂਦੇ ਵੇਖਿਆ। ਸਾਵਣ ਮੱਲ ਨੇ ਇੱਕ ਮਨੁੱਖ ਨੂੰ ਪੁੱਛਿਆ, ਇੱਥੋਂ ਦੇ ਲੋਕ ਕਿਉਂ ਰੋ ਰਹੇ ਹਨ? ਉਸਨੇ ਕਿਹਾ, ਸਾਡੇ ਰਾਜੇ ਦਾ ਇੱਕੋ ਇੱਕ ਜਵਾਨ ਪੁੱਤਰ ਸੀ, ਉਹ ਅੱਜ ਮਰ ਗਿਆ ਹੈ, ਇਸ ਕਰਕੇ ਸਾਰੇ ਦੁਖੀ ਹਨ। ਇਹ ਸੁਣ ਕੇ ਉਸਨੇ ਸੋਚਿਆ, ਹੁਣ ਕਰਾਮਾਤ ਵਿਖਾਉਣ ਦਾ ਸਮਾਂ ਹੈ। ਇੱਕ ਰਾਜੇ ਦੇ ਪੁੱਤਰ ਨੂੰ ਜਿਵਾਉਣ ਨਾਲ ਸਾਰੇ ਹੀ ਮੇਰੇ ਸੇਵਕ ਬਣ ਜਾਣਗੇ। ਇਹ ਸੋਚ ਕੇ ਕਿਲੇ ਦੇ ਬੂਹੇ ਅੱਗੇ ਗਿਆ। ਸਾਵਣ ਮੱਲ ਨੇ ਇੱਕ ਬੰਦੇ ਨੂੰ ਅੰਦਰ ਭੇਜ ਕੇ ਰਾਜੇ ਦੇ ਇੱਕ ਮੰਤਰੀ ਨੂੰ ਸੱਦ ਕੇ ਕਿਹਾ, ਜੇ ਰਾਜਾ ਸਾਰੀ ਪ੍ਰਜਾ ਸਹਿਤ ਗੁਰੂ ਕੀ ਸਿੱਖੀ ਧਾਰ ਲਵੇ ਤਾਂ ਮੈਂ ਰਾਜੇ ਦੇ ਪੁੱਤਰ ਨੂੰ ਗੁਰੂ ਜੀ ਦੀ ਕਿਰਪਾ ਨਾਲ ਜਿਵਾ ਸਕਦਾ ਹਾਂ। ਇਹ ਗੱਲ ਸੁਣ ਕੇ ਮੰਤਰੀ ਨੇ ਰਾਜੇ ਕੋਲ ਜਾ ਕੇ ਕਿਹਾ, ਬਾਹਰ ਇੱਕ ਮਹਾਨ ਸੰਤ ਆਏ ਹਨ ਜੋ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਨੂੰ ਮੰਨਣ ਵਾਲੇ ਹਨ। ਉਹਨਾਂ ਨੇ ਕਿਹਾ ਹੈ ਕਿ ਜੇ ਰਾਜਾ ਗੁਰੂ ਕੀ ਸਿੱਖੀ ਧਾਰਨ ਕਰ ਲਵੇ ਤਾਂ ਮੈਂ ਉਹਨਾਂ ਦੇ ਪੁੱਤਰ ਨੂੰ ਜਿਵਾ ਦਿਆਂਗਾ। ਰਾਜੇ ਨੇ ਕਿਹਾ, ਅਸੀਂ ਸਾਰੇ
ਗੁਰੂ ਜੀ ਦੇ ਸਿੱਖ ਬਣ ਜਾਵਾਂਗੇ। ਹੋਰ ਜੋ ਵੀ ਆਗਿਆ ਕਰਨਗੇ ਉਹ ਵੀ ਮੰਨਾਂਗੇ। ਉਹਨਾਂ ਨੂੰ ਛੇਤੀ ਲਿਆਓ। ਮੰਤਰੀ ਉਸੇ ਵੇਲੇ ਸਾਵਣ ਮੱਲ ਨੂੰ ਮਹਿਲ ਵਿੱਚ ਲੈ ਗਿਆ। ਰਾਜੇ ਨੇ ਸਾਵਣ ਮੱਲ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਉੱਚੇ ਅਸਥਾਨ ਤੇ ਬਿਠਾਇਆ। ਰਾਜੇ ਨੇ ਕਿਹਾ, ਤੁਸੀਂ ਸਾਡੇ ਪੁੱਤਰ ਨੂੰ ਜਿਵਾ ਦਿਓ। ਅਸੀਂ ਸਾਰੇ ਹੀ ਗੁਰੂ ਕੀ ਸਿੱਖੀ ਧਾਰਨ ਕਰਾਂਗੇ। ਹੋਰ ਜੋ ਵੀ ਆਗਿਆ ਕਰੋਗੇ ਉਹ ਮੰਨਾਂਗੇ। ਸਾਵਣ ਮੱਲ ਨੇ ਕਿਹਾ, ਆਪਣੇ ਪੁੱਤਰ ਨੂੰ ਲਿਆਓ। ਸਾਰੇ ਹੀ ਰੋਣਾ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਜਪੋ। ਰਾਜੇ ਦੇ ਪੁੱਤਰ ਨੂੰ ਲਿਆ ਕੇ ਸਾਵਣ ਮੱਲ ਦੇ ਅੱਗੇ ਲੰਮਾ ਪਾ ਦਿੱਤਾ। ਸਾਵਣ ਮੱਲ ਨੇ ਜਲ ਮੰਗਵਾਇਆ। ਮ੍ਰਿਤਕ ਦਾ ਚਿਹਰਾ ਨੰਗਾ ਕਰਕੇ ਵਾਹਿਗੁਰੂ ਆਖ ਕੇ ਉਸ ਰੁਮਾਲ ਨਾਲ ਜਲ ਦੀ ਇੱਕ ਬੂੰਦ ਉਸਦੇ ਮੂੰਹ ਵਿੱਚ ਪਾਈ ਤੇ ਰੁਮਾਲ ਉਸ ਦੇ ਮੱਥੇ ਨੂੰ ਛੁਹਾਇਆ। ਉਸੇ ਵੇਲੇ ਉਸਨੇ ਸਰੀਰ ਵਿੱਚ ਪ੍ਰਾਣ ਆ ਗਏ। ਰਾਜਕੁਮਾਰ ਨੇ ਅੱਖਾਂ ਖੋਲ ਲਈਆਂ ਤੇ ਬੈਠ ਗਿਆ। ਇਹ ਵੇਖ ਕੇ ਰਾਜਾ ਤੇ ਰਾਣੀ ਆਪਣੇ ਪੁੱਤਰ ਨੂੰ ਬੜੇ ਪ੍ਰੇਮ ਨਾਲ ਮਿਲੇ ਤੇ ਸਾਵਣ ਮੱਲ ਦੇ ਚਰਨਾਂ ਤੇ ਪੈ ਗਏ। ਇਹ ਵੇਖ ਕੇ ਸਾਰੇ ਸ਼ਹਿਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਰਾਜੇ ਨੇ ਗਰੀਬਾਂ ਨੂੰ ਬਹੁਤ ਧਨ ਵੰਡਿਆ। ਰਾਜੇ ਨੇ ਸਾਵਣ ਮੱਲ ਨੂੰ ਆਪਣੇ ਮਹਿਲਾਂ ਵਿੱਚ ਚੰਗੇ ਸਥਾਨ ਤੇ ਆਸਣ ਲਵਾਇਆ ਤੇ ਬਹੁਤ ਭੇਟਾ ਅਰਪੀ। ਸਾਰੇ ਦਰਬਾਰੀਆਂ ਨੇ ਵੀ ਭੇਟਾ ਅਰਪੀ ਤੇ ਚਰਨਾਂ ਤੇ ਮੱਥਾ ਟੇਕਿਆ। ਸਾਵਣ ਮੱਲ ਕੋਲੋਂ ਉਪਦੇਸ਼ ਲੈ ਕੇ ਸਾਰੇ ਹੀ ਸਿੱਖ ਬਣ ਗਏ ਤੇ ਬੜੇ ਪ੍ਰੇਮ ਨਾਲ ਉਸ ਦੀ ਸੇਵਾ ਕਰਨ ਲੱਗ ਪਏ। ਕੁਝ ਕੁ ਦਿਨਾਂ ਬਾਅਦ ਸਾਵਣ ਮੱਲ ਨੇ ਰਾਜੇ ਨੂੰ ਕਿਹਾ, ਸਾਡੇ ਘਰ ਬਿਆਸ ਦਰਿਆ ਦੇ ਕਿਨਾਰੇ ਗੋਇੰਦਵਾਲ ਨਗਰ ਵਿੱਚ ਹਨ। ਉੱਥੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਇਸ ਸਮੇਂ ਸ੍ਰੀ ਗੁਰੂ ਅਮਰਦਾਸ ਜੀ ਬੈਠੇ ਹਨ। ਉੱਥੇ ਸਿੱਖਾਂ ਦੇ ਘਰਾਂ ਦੀ ਉਸਾਰੀ ਵਾਸਤੇ ਲੱਕੜਾਂ ਦੀ ਬਹੁਤ ਲੋੜ ਹੈ। ਤੁਸੀਂ ਇੱਥੋਂ ਸਤੀਰੀਆਂ ਦੇ ਬੇੜੇ ਬੰਨ੍ਹ ਕੇ ਬਿਆਸ ਦਰਿਆ ਵਿੱਚ ਪਵਾ ਦਿਓ ਤੇ ਨਾਲ ਕੁਝ ਬੰਦੇ ਭੇਜ ਦਿਓ ਜੋ ਉੱਥੇ ਜਾ ਕੇ ਸਤੀਰੀਆਂ ਕੱਢ ਲੈਣਗੇ। ਰਾਜੇ ਨੇ ਇਹ ਗੱਲ ਸੁਣ ਕੇ ਬਹੁਤ ਸਾਰੇ ਆਦਮੀ ਲੱਕੜਾਂ ਕੱਟ ਕੇ ਸਤੀਰੀਆਂ ਬਣਾਉਣ ਵਾਸਤੇ ਲਾ ਦਿੱਤੇ ਤੇ ਸਤੀਰੀਆਂ ਬੰਨ੍ਹ ਕੇ ਦਰਿਆ ਵਿੱਚ ਤਾਰਨ ਵਾਸਤੇ ਲਾ ਦਿੱਤੇ। ਇਸ ਤਰ੍ਹਾਂ ਗੋਇੰਦਵਾਲ ਸਾਹਿਬ ਬਹੁਤ ਲੱਕੜਾਂ ਪਹੁੰਚ ਗਈਆਂ। ਗੁਰੂ ਜੀ ਨੇ ਉਹ ਲੱਕੜਾਂ ਲੋੜ ਅਨੁਸਾਰ ਸਾਰਿਆਂ ਨੂੰ ਵੰਡ ਦਿੱਤੀਆਂ। ਲੱਕੜਾਂ ਮਿਲਣ ਕਰਕੇ ਸਾਰਿਆਂ ਨੇ ਆਪਣੇ ਮਨਪਸੰਦ ਦੇ ਮਕਾਨ ਬਣਾ ਲਏ। ਉਧਰ ਸਾਵਣ ਮੱਲ ਦੀ ਬਹੁਤ ਪੂਜਾ ਤੇ ਵਡਿਆਈ ਹੋਣ ਲੱਗ ਪਈ। ਉਹ ਸੋਚਣ ਲੱਗਾ, ਗੋਇੰਦਵਾਲ ਸਾਹਿਬ ਬਹੁਤ ਲੱਕੜਾਂ ਪਹੁੰਚ ਗਈਆਂ ਹਨ। ਗੁਰੂ ਜੀ ਦਾ ਬਹੁਤ ਕਾਰਜ ਹੋ ਗਿਆ ਹੈ। ਹੁਣ ਉੱਥੇ ਜਾਣਾ ਠੀਕ ਹੈ, ਪਰ ਉੱਥੇ ਜਾਣ ਵਿੱਚ ਇੱਕ ਚਿੰਤਾ ਹੈ। ਜਿਸ ਸ਼ਕਤੀ ਵਾਲੇ ਰੁਮਾਲ ਕਰਕੇ ਮੇਰੀ ਇਤਨੀ ਵਡਿਆਈ ਹੋ ਰਹੀ ਹੈ, ਉਹ ਗੁਰੂ ਜੀ ਮੇਰੇ ਪਾਸੋਂ ਲੈ ਲੈਣਗੇ ਕਿ ਸਾਡਾ ਕਾਰਜ ਤਾਂ ਹੋ ਗਿਆ ਹੈ। ਉਦੋਂ ਮੈਂ ਸ਼ਕਤੀ ਤੋਂ ਖਾਲੀ ਹੋ ਜਾਵਾਂਗਾ ਤੇ ਮੇਰੀ ਸਾਰੀ ਵਡਿਆਈ ਚਲੀ ਜਾਵੇਗੀ। ਇਸ ਕਰਕੇ ਮੇਰਾ ਇੱਥੇ ਰਹਿਣਾ ਹੀ ਠੀਕ ਹੈ। ਇੱਥੇ ਮੇਰੀ ਬਹੁਤ ਪੂਜਾ ਹੋ ਰਹੀ ਹੈ। ਗੋਇੰਦਵਾਲ ਸਾਹਿਬ ਜਾਣ ਦਾ ਮੈਨੂੰ ਕੀ ਫਾਇਦਾ ਹੈ। ਮੈਂ ਉੱਥੇ ਗੁਰੂ ਬਣਿਆ ਹਾਂ। ਇਹ ਸੋਚ ਕੇ ਉਹ ਉੱਥੇ ਹੀ ਰਹਿ ਪਿਆ। ਜਦ ਸਾਵਣ ਮੱਲ ਨਹੀਂ ਆਇਆ ਤਾਂ ਗੁਰੂ ਜੀ ਨੇ ਆਉਣ ਵਾਸਤੇ ਹੁਕਮਨਾਮਾ ਭਾਵ ਚਿੱਠੀ ਭੇਜੀ। ਉਸ ਨੇ ਬਹਾਨਾ ਲਾ ਕੇ ਚਿੱਠੀ ਲਿਖੀ, ਮੈਨੂੰ ਰਾਜਾ ਨਹੀਂ ਆਉਣ ਦਿੰਦਾ, ਇਸ ਕਰਕੇ ਮੈਂ ਕੁਝ ਸਮੇਂ ਬਾਅਦ ਆਵਾਂਗਾ। ਅੰਤਰਜਾਮੀ ਗੁਰੂ ਜੀ ਨੇ ਉਸ ਦਾ ਬਹਾਨਾ ਜਾਣ ਕੇ ਕਿ ਇਸ ਨੂੰ ਰੁਮਾਲ ਦਾ ਮਾਣ ਹੋ ਗਿਆ ਹੈ। ਉਦੋਂ ਉਹ ਰੁਮਾਲ ਤਤਛਿਣ ਗੁਰੂ ਜੀ ਨੇ ਸ਼ਕਤੀ ਨਾਲ ਖਿੱਚ ਲਿਆ। ਜਦੋਂ ਉਸ ਕੋਲੋਂ ਰੁਮਾਲ ਨਾ ਰਿਹਾ ਤਾਂ ਸੋਚਣ ਲੱਗਾ ਕਿ ਮੈਂ ਮਾੜਾ ਕੰਮ ਕੀਤਾ, ਗੁਰੂ ਜੀ ਦੀ ਆਗਿਆ ਨਹੀਂ ਮੰਨੀ। ਇਸ ਤਰ੍ਹਾਂ ਕੁਝ ਕੁ ਦਿਨ ਝੂਰਦਾ ਰਿਹਾ। ਫਿਰ ਉਸਨੇ ਸੋਚਿਆ ਕਿ ਮੈਨੂੰ ਗੁਰੂ ਜੀ ਪਾਸ ਜਾ ਕੇ ਮੁਆਫ਼ੀ ਮੰਗਣੀ ਉਚਿਤ ਹੈ। ਉਹ ਮੇਰੀ ਭੁੱਲ ਬਖਸ਼ ਦੇਣਗੇ। ਇਹ ਸੋਚ ਕੇ ਸਾਵਣ ਮੱਲ ਨੇ ਰਾਜੇ ਨੂੰ ਕਿਹਾ, ਮੈਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਜਾਣਾ ਹੈ। ਤੁਸੀਂ ਵੀ ਗੁਰੂ ਜੀ ਦੇ ਦਰਸ਼ਨ ਕਰੋ ਤੇ ਆਪਣਾ ਜਨਮ ਸਫਲ ਕਰੋ। ਇਹ ਸੁਣ ਕੇ ਰਾਜਾ ਅਤੇ ਵਜ਼ੀਰਾਂ ਨੇ ਆਪਣੇ ਪਰਿਵਾਰ ਨਾਲ ਲੈ ਕੇ ਕੁਝ ਕੁ ਫੌਜ ਵੀ ਲੈ ਲਈ। ਹੌਲੀ ਹੌਲੀ ਸਾਰਾ ਰਸਤਾ ਲੰਘ ਕੇ ਗੋਇੰਦਵਾਲ ਸਾਹਿਬ ਆ ਕੇ ਡੇਰਾ ਕੀਤਾ।
ਪਹਿਲਾਂ ਆਪ ਸਾਵਣ ਮੱਲ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਤੇ ਚਰਨਾਂ ਤੇ ਮੱਥਾ ਟੇਕਿਆ। ਹੱਥ ਜੋੜ ਕੇ ਆਪਣੀ ਭੁੱਲ ਦੀ ਮੁਆਫੀ ਮੰਗ ਕੇ ਕਿਹਾ, ਮੈਂ ਭੁੱਲਣਹਾਰ ਹਾਂ ਤੇ ਸਦਾ ਆਪ ਜੀ ਦੀ ਸੇਵਾ ਕਰਦਾ ਰਿਹਾ ਹਾਂ। ਮੈਨੂੰ ਆਪ ਜੀ ਤੇ ਭਰੋਸਾ ਹੈ। ਆਪ ਜੀ ਬਖਸ਼ਣਹਾਰ ਹੋ, ਬਖਸ਼ ਦਿਓ। ਆਪ ਅੰਤਰਜਾਮੀ ਹੋ, ਸਾਰਿਆਂ ਦੇ ਦਿਲਾਂ ਦੀ ਜਾਣਦੇ ਹੋ। ਗੁਰੂ ਜੀ ਨੇ ਕਿਹਾ, ਜੋ ਸਾਡੇ ਸਿੱਖ ਸੇਵਕ ਹਨ, ਉਹਨਾਂ ਦੀ ਅਸੀਂ ਕਲਿਆਣ ਕਰਨਾ ਚਾਹੁੰਦੇ ਹਾਂ। ਤੇਰੇ ਮਨ ਵਿੱਚ ਹੰਕਾਰ ਹੋ ਗਿਆ ਸੀ, ਉਸ ਨੂੰ ਖਤਮ ਕਰਨ ਵਾਸਤੇ ਅਸੀਂ ਇਸ ਤਰ੍ਹਾਂ ਕੀਤਾ ਹੈ। ਤੈਨੂੰ ਪਹਿਲਾਂ ਰੁਮਾਲ ਵਿੱਚ ਸ਼ਕਤੀ ਦਿੱਤੀ ਸੀ, ਹੁਣ ਤੇਰੇ ਵਾਕ ਵਿੱਚ ਤੈਨੂੰ ਸ਼ਕਤੀ ਦਿੰਦੇ ਹਾਂ। ਪਰ ਗੁਰੂ ਘਰ ਨੂੰ ਕਦੀ ਨਹੀਂ ਭੁੱਲਣਾ, ਆਪਾਂ ਨਹੀਂ ਜਣਾਉਣਾ। ਹਰੀਪੁਰ ਦੀ ਸਾਰੀ ਸੰਗਤ ਤੈਨੂੰ ਦਿੱਤੀ, ਉੱਥੇ ਰਹਿ ਕੇ ਸੁਖ ਭੋਗ। ਸਾਡੀ ਬਖਸ਼ੀ ਦਾਤ ਕਦੀ ਨਾਸ ਨਹੀਂ ਹੋਵੇਗੀ। ਅਸੀਂ ਤੇਰੀ ਹਰ ਪ੍ਰਕਾਰ ਰੱਖਿਆ ਕੀਤੀ ਹੈ। ਤੂੰ ਅੰਤ ਨੂੰ ਪਰਲੋਕ ਵਿੱਚ ਸਾਡੇ ਪਾਸ ਰਹੇਗਾ। ਇਸ ਤਰ੍ਹਾਂ ਗੁਰੂ ਜੀ ਨੇ ਸਾਵਣ ਮੱਲ ਨੂੰ ਦੋਵੇਂ ਲੋਕਾਂ ਦਾ ਸੁਖ ਦੇ ਕੇ ਨਿਹਾਲ ਕੀਤਾ। ਸਾਵਣ ਮੱਲ ਨੇ ਖੁਸ਼ ਹੋ ਕੇ ਗੁਰੂ ਜੀ ਨੂੰ ਬੇਨਤੀ ਕੀਤੀ, ਪ੍ਰਭੂ ਜੀ, ਹਰੀਪੁਰ ਦਾ ਰਾਜਾ ਸਹਿਤ ਰਾਣੀਆਂ, ਵਜ਼ੀਰਾਂ ਤੇ ਪ੍ਰਜਾ ਸਮੇਤ ਆਪ ਜੀ ਦੇ ਦਰਸ਼ਨਾਂ ਨੂੰ ਆਇਆ ਹੈ। ਜਦੋਂ ਆਪ ਜੀ ਦੀ ਆਗਿਆ ਹੋਵੇਗੀ, ਉਦੋਂ ਉਹ ਆਪ ਜੀ ਦੇ ਦਰਸ਼ਨ ਕਰੇਗਾ। ਗੁਰੂ ਜੀ ਨੇ ਕਿਹਾ, ਪਹਿਲਾਂ ਸਾਰੇ ਲੰਗਰ ਵਿੱਚੋਂ ਭੋਜਨ ਛਕਣ, ਫਿਰ ਸਾਡੇ ਦਰਸ਼ਨ ਹੋਣਗੇ। ਰਾਜੇ ਦੀਆਂ ਰਾਣੀਆਂ ਤੇ ਹੋਰ ਜੋ ਵੀ ਇਸਤਰੀਆਂ ਹਨ, ਸਾਰੇ ਹੀ ਚਿੱਟੇ ਬਸਤਰ ਪਹਿਨ ਕੇ ਆਉਣ ਤੇ ਘੁੰਡ ਕੋਈ ਨਾ ਕੱਢੇ। ਸਾਵਣ ਮੱਲ ਨੇ ਗੁਰੂ ਜੀ ਦਾ ਹੁਕਮ ਰਾਜੇ ਨੂੰ ਦੱਸਿਆ। ਉਸਨੇ ਗੁਰੂ ਜੀ ਦਾ ਹੁਕਮ ਖੁਸ਼ੀ ਨਾਲ ਮੰਨਿਆ। ਰਾਜੇ ਦੀਆਂ ਰਾਣੀਆਂ ਤੇ ਹੋਰ ਸਾਰੀਆਂ ਇਸਤਰੀਆਂ ਨੇ ਚਿੱਟੇ ਬਸਤਰ ਪਾਏ। ਪਹਿਲਾਂ ਸਾਰਿਆਂ ਨੇ ਰਾਜੇ ਸਮੇਤ ਲੰਗਰ ਵਿੱਚੋਂ ਭੋਜਨ ਛਕਿਆ, ਫਿਰ ਸਾਰੇ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ। ਪਹਿਲਾਂ ਰਾਜੇ ਨੇ ਗੁਰੂ ਜੀ ਨੂੰ ਆ ਕੇ ਮੱਥਾ ਟੇਕਿਆ ਤੇ ਬਹੁਤ ਚੰਗੀਆਂ ਭੇਟਾਵਾਂ ਅਰਪਣ ਕਰਨ ਲੱਗਾ। ਉਦੋਂ ਗੁਰੂ ਜੀ ਨੇ ਹਜ਼ੂਰੀ ਸੇਵਾਦਾਰ ਤੇ ਰਾਜੇ ਨੂੰ ਕਿਹਾ, ਗੁਰੂ ਜੀ ਹੋਰ ਭੇਟਾ ਪ੍ਰਵਾਨ ਨਹੀਂ ਕਰਦੇ, ਕੇਵਲ ਲੰਗਰ ਵਾਸਤੇ ਰਸਤ ਲੈਂਦੇ ਹਨ। ਉਸ ਤੋਂ ਬਾਅਦ ਮੰਤਰੀਆਂ ਨੇ ਤੇ ਸੈਨਾ ਆਦਿਕ ਨੇ ਆ ਕੇ ਮੱਥਾ ਟੇਕਿਆ। ਪਿੱਛੋਂ ਰਾਜੇ ਦੀਆਂ ਰਾਣੀਆਂ ਤੇ ਗੋਲੀਆਂ ਆਦਿਕ ਨੇ ਮੱਥਾ ਟੇਕਿਆ। ਉਦੋਂ ਇੱਕ ਨਵੀਂ ਵਿਆਹੀ ਰਾਣੀ ਨੇ ਗੁਰੂ ਜੀ ਨੂੰ ਵੇਖ ਕੇ ਸ਼ਰਮ ਕੀਤੀ ਤੇ ਘੁੰਡ ਕੱਢ ਲਿਆ। ਗੁਰੂ ਜੀ ਨੇ ਸੁਤੇ ਸਿੱਧ ਕਿਹਾ, ਇਹ ਕਮਲੀ ਕਿਉਂ ਆਈ? ਜੇ ਇਸਨੇ ਸਾਡੇ ਦਰਸ਼ਨ ਨਹੀਂ ਕਰਨੇ ਸਨ ਤਾਂ ਉਸ ਰਾਣੀ ਦੀ ਉਸੇ ਵੇਲੇ ਗੁਰੂ ਜੀ ਦੇ ਬਚਨਾਂ ਨਾਲ ਸੁੱਧ ਬੁੱਧ ਵਿਸਰ ਗਈ। ਆਪਣੇ ਕੱਪੜੇ ਉਤਾਰ ਕੇ ਸੁੱਟ ਦਿੱਤੇ ਤੇ ਬਾਹਰ ਨੂੰ ਦੌੜ ਕੇ ਜੰਗਲ ਨੂੰ ਚਲੀ ਗਈ। ਉਸ ਨੂੰ ਕਈ ਬੰਦੇ ਰੋਕਦੇ ਰਹੇ, ਪਰ ਉਹ ਨਾ ਰੁਕੀ। ਜਦੋਂ ਇਹ ਗੱਲ ਰਾਜੇ ਨੇ ਸੁਣੀ ਤਾਂ ਉਹ ਬਹੁਤ ਡਰਿਆ ਤੇ ਅਚਰਜ ਹੋਇਆ। ਇਹ ਵੇਖ ਕੇ ਉਸ ਦੀ ਸ਼ਰਧਾ ਹੋਰ ਵੱਧ ਗਈ ਤੇ ਕਹਿਣ ਲੱਗਾ, ਇਹਨਾਂ ਦੇ ਬਚਨ ਤਤ ਛਿਨ ਪੂਰੇ ਹੋ ਜਾਂਦੇ ਹਨ। ਰਾਜਾ ਰੋਜ਼ ਲੰਗਰ ਵਿੱਚੋਂ ਭੋਜਨ ਛਕਦਾ ਤੇ ਗੁਰੂ ਜੀ ਦੇ ਦਰਸ਼ਨ ਕਰਦਾ। ਉਸਨੇ ਆਪਣੀ ਰਾਣੀ ਦੀ ਬਹੁਤ ਖੋਜ ਕੀਤੀ, ਪਰ ਉਹ ਨਾ ਮਿਲੀ। ਰਾਜੇ ਨੇ ਕੁਝ ਕੁ ਦਿਨਾਂ ਬਾਅਦ ਗੁਰੂ ਜੀ ਤੋਂ ਆਪਣੇ ਦੇਸ਼ ਜਾਣ ਦੀ ਆਗਿਆ ਮੰਗੀ। ਗੁਰੂ ਜੀ ਨੇ ਰਾਜੇ ਨੂੰ ਕਿਹਾ, ਸਾਵਣ ਮੱਲ ਤੁਹਾਡੇ ਸਾਰੇ ਦੇਸ਼ ਦਾ ਗੁਰੂ ਹੈ। ਇਸ ਨੇ ਤੁਹਾਡਾ ਪੁੱਤਰ ਜਿਉਂਦਾ ਕੀਤਾ ਹੈ। ਹੁਣ ਵੀ ਤੁਹਾਨੂੰ ਮਨ ਵਾਂਛਿਤ ਫਲ ਦੇਵੇਗਾ। ਪ੍ਰੇਮ ਨਾਲ ਇਸ ਦੀ ਸੇਵਾ ਕਰੋ। ਰਾਜੇ ਨੇ ਕਿਹਾ, ਅਸੀਂ ਇਹਨਾਂ ਦੇ ਨਿਤ ਅਨੁਸਾਰੀ ਹਾਂ। ਇਹਨਾਂ ਨੇ ਸਾਡਾ ਪੁੱਤਰ ਜਿਵਾ ਕੇ ਸਾਰਿਆਂ ਨੂੰ ਜੀ ਦਾਨ ਦਿੱਤਾ ਹੈ ਤੇ ਸਾਨੂੰ ਆਪ ਜੀ ਦੇ ਦਰਸ਼ਨ ਕਰਾਏ ਹਨ। ਇਸ ਤਰ੍ਹਾਂ ਆਖ ਕੇ ਰਾਜਾ ਗੁਰੂ ਜੀ ਤੋਂ ਵਿਦਾ ਹੋ ਕੇ ਸਾਵਣ ਮੱਲ ਨੂੰ ਨਾਲ ਲੈ ਕੇ ਆਪਣੇ ਦੇਸ਼ ਨੂੰ ਚਲਾ ਗਿਆ। ਸਾਵਣ ਮੱਲ ਕਦੀ ਕਦੀ ਆ ਕੇ ਗੁਰੂ ਜੀ ਦੇ ਦਰਸ਼ਨ ਕਰ